ਝੋਨਾ ਜਿਵੇਂ ਪੱਕਣਾ ਸ਼ੁਰੂ ਹੁੰਦਾ ਹੈ ਤਾਂ ਝੋਨੇ ਦੇ ਦਾਣੇ ਪਹਿਲਾਂ ਤਾਂ ਆਪਾਂ ਨੂੰ ਸਾਫ਼-ਸਾਫ਼ ਦਿਸਦੇ ਹੈ, ਲੇਕਿਨ ਅਚਾਨਕ ਕੀ ਹੁੰਦਾ ਹੈ ਕਿ ਕਿਸੇ ਦਾਣੇ ਦੇ ਵਿੱਚ ਕਾਲਾ ਜਿਹਾ ਸੁਰਮਾ ਬਣਿਆ ਹੋਇਆ ਦਿਖਦਾ ਹੈ ਜਾਂ ਕਾਲਾ ਜਿਹਾ ਪਾਊਡਰ ਬਣਿਆ ਹੁੰਦਾ ਹੈ। ਤਾਂ ਇਹ ਬਿਮਾਰੀ ਕੀ ਹੈ, ਕਿਵੇਂ ਫੈਲਦੀ ਹੈ, ਤਾਂ ਕਿਵੇਂ ਇਹਦਾ ਕੰਟਰੋਲ ਕਰ ਸਕਦੇ ਹਾਂ, ਇਹ ਸਾਰੀਆਂ ਗੱਲਾਂ ਮੈਂ ਇਸ ਵੀਡੀਓ ਦੇ ਵਿੱਚ ਕਰਨ ਦੀ ਕੋਸ਼ਿਸ਼ ਕਰਾਂਗਾ। ਸਭ ਤੋਂ ਪਹਿਲਾਂ ਕੁਲਦੀਪ ਸਿੰਘ ਸ਼ੇਰਗਿੱਲ ਮਰਖਾਈ ਵੱਲੋਂ ਸਾਰੇ ਕਿਸਾਨ ਸਾਥੀਆਂ ਨੂੰ ਸਤਿ ਸ਼੍ਰੀ ਅਕਾਲ। ਜੇਕਰ ਤੁਸੀਂ ਆਪਣੇ YouTube ਚੈਨਲ ਮੇਰੀ ਖੇਤੀ ਮੇਰਾ ਕਿਸਾਨ 'ਤੇ ਨਵੇਂ ਹੋ ਤਾਂ ਲਾਲ ਬਟਨ ਨੱਪ ਕੇ ਚੈਨਲ ਸਬਸਕ੍ਰਾਈਬ ਕਰ ਸਕਦੇ ਹੋ। ਦੋਸਤੋ, ਇੱਕ ਚੀਜ਼ ਹੈ, ਕਿਉਂਕਿ ਕੁਝ ਕਿਸਾਨ ਵੀਰ ਇਸ ਤਰ੍ਹਾਂ ਦੇ ਹੁੰਦੇ ਆ ਜਿਹੜੇ ਕਿ ਇਹ ਸੋਚਦੇ ਆ ਕਿ ਕੋਈ ਨਾ ਕੋਈ ਦਵਾਈ ਦੱਸੋ ਤਾਂ ਅਸੀਂ ਸਪਰੇਅ ਕਰੀਏ। ਤਾਂ ਹੁਣ ਇਹਦੇ ਕੰਟਰੋਲ ਵਾਸਤੇ ਕੋਈ ਦਵਾਈ ਨਹੀਂ ਹੈ, ਉਹ ਇਹ ਗੱਲ ਨੋਟ ਕਰ ਲਓ। ਤਾਂ ਸਭ ਤੋਂ ਪਹਿਲਾਂ ਇਹਦੀ ਪਹਿਚਾਣ ਦੇ ਬਾਰੇ ਆਪਾਂ ਗੱਲ ਕਰਦੇ ਹਾਂ। ਪਹਿਲੀ ਗੱਲ ਤਾਂ ਇਹ ਕਿ ਕਦੇ ਵੀ ਸਾਰੀ ਮੁੰਜਰ ਕਾਲੀ ਨਹੀਂ ਹੁੰਦੀ, ਇਹੋ ਜਿਹੇ ਹਾਲਾਤ ਸਾਡੇ ਇੱਥੇ ਹਜੇ ਤੱਕ ਨਹੀਂ ਬਣੇ। ਅਤੇ ਮੁੰਜਰ ਦੇ ਵਿੱਚ ਕੋਈ ਦਾਣਾ ਕਾਲੀ ਜੀ ਕਾਲਖ ਉਹਦੇ ਵਿੱਚ ਹੁੰਦੀ ਹੈ ਅਤੇ ਉਹ ਪਟਾਕਾ ਜਿਹਾ ਮਾਰਦਾ, ਕਾਲੀ ਕਾਲਖ ਜਾਂ ਸੁਰਮਾ ਬਾਹਰ ਨਿਕਲਦਾ ਹੈ। ਇਹਨੂੰ ਝੋਨੇ ਦੀ ਮਾਈਨਰ ਬਿਮਾਰੀ ਦੇ ਵਿੱਚ ਗਿਣਿਆ ਜਾਂਦਾ। ਇਹਨੂੰ ਸਮੱਟ ਕਹਿੰਦੇ ਹੈ, ਝੋਨੇ ਦਾ ਸਮੱਟ ਜਾਂ ਝੋਨੇ ਦਾ ਬੰਟ ਕਹਿੰਦੇ ਹੈ। ਅਤੇ ਇਹ ਇੱਕ ਮੁੰਜਰ ਦੇ ਵਿੱਚ 2, 4, 5, 10 ਦਾਣੇ ਜਿਹੜੇ ਹੈਗੇ ਆ ਇਸ ਬਿਮਾਰੀ ਦੇ ਹੋ ਸਕਦੇ ਹੈ। ਜਿਹੜਾ ਤੁਸੀਂ ਕਾਲਾ ਜਿਹਾ ਪਾਊਡਰ ਦੇਖਦੇ ਹੋ ਇਹ ਕਲੈਮੀਡੋਸਪੋਰਸ ਹੁੰਦੇ ਹੈ। ਜਿਹੜੀ ਇਹ ਬਿਮਾਰੀ ਕਿਉਂਕਿ ਉੱਲੀ ਨਾਲ ਫੈਲਦੀ ਹੈ ਨਾ, ਤਾਂ ਉੱਲੀ ਦੇ ਕਲੈਮੀਡੋਸਪੋਰਸ ਜਿਹੜੇ ਹੈਗੇ ਆ ਉਹ ਤੁਹਾਨੂੰ ਪਾਊਡਰ ਦੀ ਸ਼ਕਲ ਦੇ ਵਿੱਚ ਦਿਖਾਈ ਦਿੰਦੇ ਹੈ। ਹਾਂ, ਇੰਨਾ ਕੁ ਫਰਕ ਜ਼ਰੂਰ ਹੁੰਦਾ ਹੈ ਕਿ ਇਹ ਜਿਹੜਾ ਦਾਣਾ ਹੈ ਇਹ ਦਾਣਾ ਦੂਜੇ ਦੇ ਨਾਲੋਂ ਥੋੜ੍ਹਾ ਜਿਹਾ ਜ਼ਿਆਦਾ ਫੁੱਲਿਆ ਜਿਹਾ ਜਾਂ ਸੁੱਜਿਆ ਜਿਹਾ ਦਿਖਾਈ ਦਿੰਦਾ, ਜ਼ਿਆਦਾ ਨਹੀਂ। ਜਿਵੇਂ ਆਹ ਮੁੰਜਰ ਦੇ ਵਿੱਚ ਦਾਣੇ ਕਾਲੇ ਹੈ ਤਾਂ ਇਹਦਾ ਮਤਲਬ ਇਹ ਨਹੀਂ ਕਿ ਇਹਨਾਂ ਦਾਣਿਆਂ 'ਚ ਕਾਲਖ ਬਣ ਜੂਗੀ। ਜਿਹੜੇ ਦਾਣੇ ਦੇ ਵਿੱਚ ਕਾਲਖ ਬਣਦੀ ਹੈ ਸ਼ੁਰੂਆਤੀ ਦੌਰ ਦੇ ਵਿੱਚ ਤੁਸੀਂ ਉਹਨੂੰ ਪਹਿਚਾਣ ਨਹੀਂ ਸਕਦੇ ਕਿ ਇਹਦੇ ਵਿੱਚ ਇਹ ਜਿਹੜਾ ਹੈਗਾ ਕਾਲਖ ਬਣੇਗੀ ਜਾਂ ਇਹ ਪਟਾਕਾ ਮਾਰੇਗਾ। ਅਤੇ ਪਟਾਕਾ ਮਾਰਨ ਵਾਲੀ ਬਿਮਾਰੀ ਇੰਨੀ ਕੁ ਗੰਦੀ ਹੈ ਕਿ ਜਾਂ ਇਹ ਕਹਿ ਲਓ ਕਿ ਭੈੜੀ ਹੈ ਕਿ ਜਦੋਂ ਅਸੀਂ ਝੋਨਾ ਵੱਢ ਲੈਂਦੇ ਹਾਂ ਢੇਰੀ ਦੇ ਵਿੱਚ ਵੀ ਪਿਆ ਹੁੰਦਾ ਅਤੇ ਕਈ ਵੈਰਾਈਟੀਆਂ ਦੇ ਵਿੱਚ ਉੱਥੇ ਵੀ ਇਹ ਪਟਾਕਾ ਮਾਰਿਆ ਹੁੰਦਾ ਹੈ। ਅਤੇ ਜਦੋਂ ਕਿਤੇ ਭਿਆਨਕਤਾ ਹੁੰਦੀ ਹੈ ਤਾਂ ਉਸ ਸਮੇਂ ਜਦੋਂ ਕੰਬਾਈਨ ਦੇ ਨਾਲ ਝੋਨਾ ਵੱਢਦੇ ਹਾਂ ਤਾਂ ਝੋਨੇ ਦੇ ਅਗਲੇ ਪਾਸੇ ਕਾਲਾ ਪਾਊਡਰ ਉੱਡਦਾ ਹੈ। ਅਤੇ ਕਾਲਾ ਪਾਊਡਰ ਕੀ ਹੁੰਦਾ ਹੈ? ਕਲੈਮੀਡੋਸਪੋਰਸ। ਤਾਂ ਦੋਸਤੋ, ਇਸ ਉੱਲੀ ਦੇ ਬਾਰੇ ਪਹਿਲਾਂ ਆਪਾਂ ਜਾਣਦੇ ਹਾਂ। ਇਹ ਜਿਹੜੇ ਕਲੈਮੀਡੋਸਪੋਰਸ ਹੈ ਇਹ ਜਦੋਂ ਤੁਸੀਂ ਝੋਨਾ ਵੱਢਿਆ ਪਹਿਲੀ ਗੱਲ ਤਾਂ ਮਸ਼ੀਨ ਦੇ ਵਿੱਚ ਜਾ ਕੇ ਜਿਹੜੇ ਤੰਦਰੁਸਤ ਦਾਣੇ ਹੈ ਉਹਨਾਂ ਦੇ ਉੱਪਰ ਚੁੰਬੜ ਗਏ। ਕੁਝ ਕਲੈਮੀਡੋਸਪੋਰ ਜਿਹੜੇ ਹੈਗੇ ਹੈ ਖੇਤ ਦੇ ਵਿੱਚ ਡਿੱਗ ਪਏ ਅਤੇ ਕੁਝ ਜਿਹੜੇ ਨੇੜੇ ਕੋਈ ਨਦੀਨ ਖੜਾ ਸੀ ਉਹਦੇ ਉੱਤੇ ਚਲੇ ਗਏ। ਹੁਣ ਇਹਨਾਂ ਨੇ ਸਾਰੀ ਸਰਦੀ ਜ਼ਮੀਨ ਵਾਲੇ ਨੇ ਜ਼ਮੀਨ 'ਤੇ ਅਤੇ ਬੀ ਵਾਲੇ ਨੇ ਬੀ ਦੇ ਉੱਤੇ ਅਤੇ ਨਦੀਨ ਵਾਲੇ ਨੇ ਨਦੀਨ ਦੇ ਉੱਪਰ ਸੁੱਤੇ ਰਹਿਣਾ। ਜਦੋਂ ਗਰਮੀ ਆਉਂਦੀ ਹੈ ਅਤੇ ਵਰਖਾ ਹੁੰਦੀ ਹੈ ਜਾਂ ਬੀਜ ਨੂੰ ਪਾਣੀ 'ਚ ਭਿਉਂਦੇ ਹੋ ਉਸ ਤੋਂ ਬਾਅਦ ਦੇ ਵਿੱਚ ਇਹ ਆਪਣਾ ਕੰਮ ਸ਼ੁਰੂ ਕਰਦੇ ਹੈ। ਤਾਂ ਫਿਰ ਇੱਕ ਗੱਲ ਤਾਂ ਹੋ ਗਈ ਕਿ ਜਿਹੜਾ ਬੀਜ ਹੈ ਜਦੋਂ ਵੀ ਆਪਣਾ ਬੀਜਣਾ ਤਾਂ ਬੀਜ ਸੋਧ ਕੇ ਬੀਜਣਾ ਹੈ। ਅਤੇ ਜਿਹੜਾ ਖੇਤ ਦੇ ਵਿੱਚ ਪਿਆ ਸੀ ਜਦੋਂ ਖੇਤ 'ਚ ਵਰਖਾ ਹੋਈ ਗਰਮੀ 'ਚ ਜਾਂ ਖੇਤ ਦੇ ਵਿੱਚ ਪਾਣੀ ਭਰਿਆ ਤਾਂ ਇਹ ਜਿਹੜਾ ਪਾਊਡਰ ਹੈ ਇਹ ਤੈਰ ਕੇ ਜ਼ਮੀਨ ਦੀ ਸਤ੍ਹਾ 'ਤੇ ਆ ਜਾਂਦਾ ਹੈ। ਸਤ੍ਹਾ 'ਤੇ ਆਉਣ ਤੋਂ ਬਾਅਦ ਦੇ ਵਿੱਚ ਇਹ ਆਪਣਾ ਜਾਲ ਬਣਾਉਂਦਾ, ਜਿਹਨੂੰ ਅਸੀਂ ਮਾਈਸੀਲੀਅਮ ਕਹਿੰਦੇ ਹਾਂ। ਨੰਗੀ ਅੱਖ ਨਾਲ ਤੁਹਾਨੂੰ ਨਹੀਂ ਦਿਖਾਈ ਦੇਵੇਗਾ। ਇਹ ਜ਼ਮੀਨ ਦੇ ਉੱਪਰ ਆਪਣਾ ਬਣਾ ਕੇ ਉੱਥੇ ਰੁਕ ਜਾਂਦਾ ਹੈ। ਅਤੇ ਜਿਸ ਸਮੇਂ ਤੁਹਾਡਾ ਝੋਨਾ ਹੈਡਿੰਗ ਟੂ ਫਲਾਵਰਿੰਗ ਸਟੇਜ ਹੁੰਦਾ ਹੈ ਤਾਂ ਉਸ ਟਾਈਮ 'ਤੇ ਇਹ ਸੈਕੰਡਰੀ ਇਨਫੈਕਸ਼ਨ ਕਰਦਾ ਝੋਨੇ ਦੇ ਉੱਤੇ। ਕੈਲੀਫੋਰਨੀਆ ਦੇ ਜੋ ਵਿਗਿਆਨਿਕ ਹੈ ਉਹਨਾਂ ਦਾ ਇਹ ਮੰਨਣਾ ਹੈ ਕਿ ਜਿਹੜੀਆਂ ਲੰਮੇ ਦਾਣੇ ਵਰਗੀਆਂ ਵਾਲੀਆਂ ਝੋਨੇ ਦੀਆਂ ਕਿਸਮਾਂ ਹੈ ਉਹਨਾਂ 'ਤੇ ਇਹਦਾ ਹਮਲਾ ਥੋੜ੍ਹਾ ਜਿਹਾ ਜ਼ਿਆਦਾ ਹੁੰਦਾ ਹੈ, ਕਿਉਂਕਿ ਜਦੋਂ ਝੋਨਾ ਨੂੰ ਬੂਰ ਲੱਗ ਰਿਹਾ ਹੁੰਦਾ ਹੈ ਉਸ ਸਮੇਂ ਜਿਹੜੀ ਸੈਕੰਡਰੀ ਇਨਫੈਕਸ਼ਨ ਵਾਸਤੇ ਇਸ ਬਿਮਾਰੀ ਦੇ ਸਪੋਰ ਹਵਾ ਦੇ ਵਿੱਚ ਉੱਡ ਰਹੇ ਹੁੰਦੇ ਹੈ। ਲੰਮੇ ਦਾਣੇ ਬਾਰੇ ਉਹਨਾਂ ਦਾ ਇਹ ਕਹਿਣਾ ਹੈ ਕਿ ਲੰਮੇ ਦਾਣੇ ਦੇ ਜਿਹੜਾ ਫਲੋਰੇਟ ਹੁੰਦਾ ਹੈ, ਫੁੱਲ ਦੇ ਭਾਗ ਹੁੰਦੇ ਹੈ ਉਹ ਵੱਡੇ ਹੁੰਦੇ ਹੈ
ਤੇ ਲੰਮੇ ਦਾਣੇ वाली ਜਿਹੜੀ किस्म है ਉਹਨਾਂ ਦਾ ਜਿਹੜਾ ਦਾਣਾ है ਜਾਂ फ्लो रेट है वो ज़्यादा देर तक खुले रहंदे है। ਤਾਂ ਜਿਹੜਾ ज़्यादा देर तक खुला रहेगा संभावना है कि हवा ਵਿੱਚ ਉੱਡਦੇ ਹੋਏ ਜਿਹੜੇ स्पोर्स ਹੈਗੇ ਹੈ ਉਹ ਉਹਦੇ ਉੱਪਰ ਆ ਕੇ ਬੈਠਣਗੇ ਤੇ ਦਾਣੇ ਨੂੰ ਬਿਮਾਰ ਕਰ ਦੇਣਗੇ। समझ गए? ये यदि सेकेंडरी इन्फेक्शन हो गई। हुण दाना अंदर बनता रहिंदा है तो जिवें ही दाना पक्कण वाले पासे नूं आउंदा है उस समय ਉਹਦੀ ਜਿਹੜੀ ਗਿਰੀ ਹੁੰਦੀ ਹੈ ਉਹਨੂੰ ਇਹਦੇ ਜੇ ਸਪੋਰਸ ਹੈਗੇ ਆ ਇਹਨੂੰ ਕਲੈਮੀਡੋਸਪੋਰਸ ਦੇ ਵਿੱਚ ਬਦਲ ਦਿੰਦੇ ਆ ਤੇ ਉਹ ਜਦੋਂ ਕਲੈਮੀਡੋਸਪੋਰ ਵੱਡੇ ਹੁੰਦੇ ਆ ਤੇ ਦਾਣਾ ਪਟਾਕਾ ਮਾਰ ਕੇ ਪਾਟ ਜਾਂਦਾ ਹੈ ਤੇ ਉਹਦੇ ਵਿੱਚੋਂ ਧੂੜਾ ਕਾਲਾ ਧੂੜਾ ਬਾਹਰ ਨਿਕਲ ਆਉਂਦਾ ਹੈ। ਹੁਣ ਜਦੋਂ ਤੁਸੀਂ ਇਹਦੇ ਬਾਰੇ ਜਾਣ ਗਏ ਹੋ ਤਾਂ ਇਹਦੇ ਲਈ ਫਿਰ ਸਾਵਧਾਨੀਆਂ ਵੀ ਸਮਝ ਲਓ ਕਿ ਇਸ ਨੂੰ ਜਦੋਂ ਇਹ ਇਨਫੈਕਸ਼ਨ ਕਰਦਾ ਇਹਦੇ ਲਈ ਜ਼ਰੂਰੀ ਹੁੰਦਾ ਹੈ ਕਿ ਉਸ ਸਮੇਂ ਹਵਾ ਦੇ ਵਿੱਚ ਨਮੀ ਜ਼ਿਆਦਾ ਹੋਵੇ ਤੇ ਉਸ ਬੂਟੇ ਨੂੰ ਨਾਈਟ੍ਰੋਜਨ ज़्यादा पाई होवे या यूरिया ज़्यादा पाई होवे। जे उस समय वर्खा हो रही है रुक रुक के तो इहदा हमला ज़्यादा हुंदा है। समझ गए गल? तो खेत दे विच इस बीमारी नूं कंट्रोल करने वास्ते कोई दवाई नहीं हैगी क्योंकि बीमारी उस टाइम ते दिखाई दे रही है जिस टाइम ते इहदा कोई इलाज नहीं हो सकता। तो आम तौर पर आप कहने कि झोने के नसारे तो पहला एक स्प्रे आप उलीनाशक करते हैं। वो कदों करते हैं? लेट बूटिंग तो हैडिंग स्टेज तक। तो उस टाइम ते जिहड़ा जोल ग्रुप दियां तुसीं आम ही दवाइयां वरतदे हो तो वह माड़ा मोटा इस ते काम करदियां, ज़्यादा काम नहीं करदियां। ज़्यादा काम तो जिहड़ा कंट्रोल करना है तो इस खेत नूं सुक्का वाओ, पानी हवा लवा के लाओ ते खेत दे विच यूरिया घट पाओ। कहण दा मतलब ये कि जिस टाइम ते बीमारी दिख रही है जे तुसी कोई स्प्रे करोगे तुहानूं कोई रिजल्ट नहीं मिलना। अपनी यूरिया करो घट पाओ। तो एक चीज़ का ध्यान रखो कि अपने खेत का रिकॉर्ड रखो कि मेरे किहड़े खेत दे विच किहड़ी बीमारी आउंदी है। तो ये कापी ते लिख के रख लो कि अपने टाली वाले किलियां दे विच ये सुरमा बनन दी बीमारी आई सी तो अगले साल ये आप यूरिया घट पावांगे ताकि बीमारी घट आवे। अगले साल आपू सुक्का वावांगे ताकि बीमारी घट आवे। तो इन्हां चीज़ों का तुसीं ध्यान रखोगे तो तुहाडा खेत बीमारी तो बच सकदा है। परंतु जे कुदरती हुण वर्खा होनी शुरू हो जाए तो तुहाडे हत्थ वच तां कुछ नहीं, फिर उस टाइम ते बीमारी जिहड़ा हैगा वावा खेत दे विच फैल जाती है। वैसे अज तक ये बीमारी जिहड़ी हैगी है एक माइनर बीमारी के तौर पर मन्निया गया क्योंकि ज़्यादा नुकसान नहीं करती है तो ना ही ज़्यादा खेत दे विच फैलती है। तो समझ गए होंगे कि हुण इहदे उपर किसी स्प्रे का कोई लाभ नहीं होना। धन्यवाद दोस्तों, मेहरबानी दोस्तों।